ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਰਾਜਦੀਪ ਤੇ ਹੁਣ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਖੇਤੀ ਕਾਨੂੰਨਾਂ ਖਿਲਾਫ ਜਥੇਬੰਦੀਆਂ ਦਾ ਨਹੀਂ ਘਟ ਰਿਹਾ ਰੋਸ। ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਨੇ ਕੀਤਾ ਕਬਜ਼ਾ। ਟੋਲ ਕਲੈਕਸ਼ਨ ਦੀ ਕੀਤੀ ਬੰਦ। ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਟੋਲ ਪਲਾਜ਼ਾ ਤੇ ਲਗਾਇਆ ਧਰਨਾ, ਆਵਾਜਾਈ ਰੱਖੀ ਚਾਲੂ। ਰਾਏਕੋਟ ਦੇ ਕਿਸਾਨ ਜਥੇਬੰਦੀਆਂ ਦਾ ਧਰਨਾ 6ਵੇਂ ਦਿਨ ਵੀ ਜਾਰੀ। ਰਿਲਾਇੰਸ ਪੈਟਰੋਲ ਪੰਪ ਅੱਗੇ ਲਗਾਇਆ ਧਰਨਾ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਰ ਰਹੇ ਨੇ ਮੰਗ। ਹਾਥਰਸ ਘਟਨਾ ਖਿਲਾਫ ਅਕਾਲੀ ਦਲ ਨੇ ਕੀਤਾ ਰੋਸ ਪ੍ਰਦਰਸ਼ਨ। ਦਲਿਤ ਭਾਈਚਾਰਾ ਵੀ ਹੋਇਆ ਸ਼ਾਮਿਲ। ਪੀੜਿਤ ਪਰਿਵਾਰ ਲਈ ਮੰਗਿਆ ਗਿਆ ਇਨਸਾਫ। ਫਿਰ ਸਾਹਮਣੇ ਆਈ ਇਨਸਾਨੀ ਰਿਸ਼ਤਿਆਂ ਦੇ ਵਿੱਚ ਘਾਣ ਦੀ ਤਸਵੀਰ। ਬੇਟੇ ਨੇ 80 ਸਾਲਾ ਬਜ਼ੁਰਗ ਮਾਂ ਨੂੰ ਕੱਢਿਆ ਘਰੋਂ। ਬੇਟੀ ਨੇ ਵੀ ਨਹੀਂ ਦਿੱਤਾ ਸਾਥ। ਪ੍ਰਸ਼ਾਸਨ ਤੋਂ ਕਾਰਵਾਈ ਦੀ ਕੀਤੀ ਮੰਗ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਕੇਂਦਰ ਸਰਕਾਰ ਦੇ ਵੱਲੋਂ ਖੇਤੀ ਸੰਬੰਧੀ ਪਾਸ ਕੀਤੇ ਗਏ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ, ਹਾਈਵੇ, ਪੈਟਰੋਲ ਪੰਪਾਂ ਦੇ ਨਾਲ ਟੋਲ ਪਲਾਜ਼ਿਆਂ ਨੂੰ ਵੀ ਘੇਰਿਆ ਜਾ ਰਿਹਾ ਹੈ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ ਨੇ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਜਿੱਥੇ ਟੋਲ ਟੈਕਸ ਵਸੂਲੀ ਠੱਪ ਕੀਤੀ ਜਾ ਰਹੀ ਹੈ, ਉੱਥੇ ਹੀ ਰਾਹਗੀਰਾਂ ਨੂੰ ਬਿਨਾਂ ਟੋਲ ਵਸੂਲੇ ਲੰਘਾਇਆ ਜਾ ਰਿਹਾ ਹੈ। ਕਿਸਾਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਦੋਂ ਤੱਕ ਨਵੇਂ ਖੇਤੀ ਕਾਨੂੰਨ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸੇ ਤਰ੍ਹਾਂ ਸੰਘਰਸ਼ ਜਾਰੀ ਰੱਖਣਗੇ। ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਵਿੱਚ ਰੋਸ ਵਧਦਾ ਨਜ਼ਰ ਆ ਰਿਹਾ ਹੈ। ਰੇਲ ਰੋਕੋ ਅੰਦੋਲਨ ਦੇ ਨਾਲ ਹੁਣ ਟੋਲ ਪਲਾਜ਼ਿਆਂ ਤੇ ਪੈਟਰੋਲ ਪੰਪਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸੇ ਤਹਿਤ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਮਰਾਲਾ ਦੇ ਵਿੱਚ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਬਣੇ ਟੋਲ ਪਲਾਜ਼ਾ ਦੀ ਕਲੈਕਸ਼ਨ ਬੰਦ ਕਰਵਾ ਦਿੱਤੀ ਗਈ, ਪਰ ਇਸ ਦੇ ਨਾਲ ਆਵਾਜਾਈ ਤੇ ਕੋਈ ਵਿਘਨ ਨਹੀਂ ਪੈਣ ਦਿੱਤਾ। ਜਥੇਬੰਦੀਆਂ ਪੰਜਾਬ ਦੀਆਂ ਸਾਰੀਆਂ ਨੇ ਇਕੱਠੇ ਹੋ ਕੇ ਧਰਨਾ ਲਾਇਆ ਵਾ ਤੇ ਅਸੀਂ ਮੋਦੀ ਸਰਕਾਰ ਦੇ ਕੰਨਾਂ ਤੇ ਤੱਕ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ, ਜਿਹੜਾ ਉਹ ਇਹਨੇ ਬਿੱਲ ਪਾਸ ਕਰਕੇ ਪੰਜਾਬ ਦੇ ਕਿਸਾਨਾਂ ਤੇ ਹਰਿਆਣੇ ਦੇ ਕਿਸਾਨਾਂ ਦਾ ਗਲ ਘੁੱਟਣ ਦੀ ਕੋਸ਼ਿਸ਼ ਕੀਤੀ ਆ। ਉਹਦੇ ਲਈ ਮੋਦੀ ਸਰਕਾਰ ਦੇ ਕੰਨਾਂ ਤੱਕ ਇਹ ਸਾਡੇ ਟੋਲ ਪਲਾਜ਼ੇ ਬੰਦ ਕਰਕੇ ਇੱਕ ਤਰ੍ਹਾਂ ਦੀ ਆਵਾਜ਼ ਹੋਊਗੀ ਵੀ ਸੁਧਰ ਜਾਓ, ਹਜੇ ਵੀ ਟਾਈਮ ਹੈਗਾ, ਨਹੀਂ ਅਸੀਂ ਅੱਗੇ ਦੀਆਂ ਕਾਰਵਾਈਆਂ ਹੋਰ ਸਖਤ ਕਰਾਂਗੇ। ਅਸੀਂ ਜਿਹੜਾ ਆਹ ਟੋਲ ਪਲਾਜ਼ਾ ਅੱਜ ਬਲੌਕ ਕਰਿਆ ਵਾ, ਇਹ ਕੇਂਦਰ ਸਰਕਾਰ ਦੀਆਂ ਜੋ ਨੀਤੀਆਂ ਨੇ, ਜੋ ਇਹਨਾਂ ਨੇ ਬਿੱਲ ਪਾਸ ਕੀਤਾ, ਇੱਕ ਨਵਾਂ ਕਾਨੂੰਨ ਬਣਾਇਆ ਖੇਤੀ ਆਰਡੀਨੈਂਸ, ਇਹਦੇ ਰੋਸ ਵਜੋਂ ਅਸੀਂ ਬੰਦ ਕਰਿਆ। ਇਹ ਜੋ ਸਾਡਾ ਧਰਨਾ ਵਾ, ਇਹ ਅਣਮਿੱਥੇ ਸਮੇਂ ਲਈ ਆ। ਇਹ ਜਦ ਤੱਕ ਜਦ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਇਹ ਨਿਰਵਿਘਨ ਜਾਰੀ ਰਹੂਗਾ। ਤੇ ਬਾਕੀ ਸਾਡੇ रेलवे ट्रैक ਅਸੀਂ पूरी तरह जाम किए हुए हैं। पंजाब के जो किसान संगठन है, ये किसान संगठनों का बुलाया हुआ धरना है और इनका गुस्सा केंद्र सरकार के खिलाफ है। जो कृषि अध्यादेश में 3 काले बिल बनाए हैं, उन बिलों के विरोध में ये धरना प्रदर्शन है। और इस धरना प्रदर्शन से आज जो हमारा पर डे का कलेक्शन होता था, वो कलेक्शन इन्होंने टोल फ्री करा दिया। जो किसान नेता यहाँ आए थे वो धरने पे बैठे, टोल फ्री करा दिया। बाकी ट्रैफिक की आवाजाही बराबर चालू है। ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਲਏ ਗਏ ਫੈਸਲੇ ਦੇ ਤਹਿਤ ਬਠਿੰਡਾ ਲੁਧਿਆਣਾ ਰਾਜਮਾਰਗ ਤੇ ਰਾਏਕੋਟ ਦੇ ਪਿੰਡ ਨੂਰਪੁਰਾ ਨਜ਼ਦੀਕ ਰਿਲਾਇੰਸ ਦੇ ਪੈਟਰੋਲ ਪੰਪ ਤੇ ਕੀਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਵੱਲੋਂ ਧਰਨਾ ਲਗਾਇਆ ਜਾ ਰਿਹਾ, ਜਿਹੜਾ ਕਿ 6ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨਾਂ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਤੇ ਔਰਤਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦੇ ਹੋਏ ਵੱਖ-ਵੱਖ ਆਗੂਆਂ ਨੇ ਆਖਿਆ ਕਿ ਜਿੰਨਾ ਚਿਰ ਕੇਂਦਰ ਸਰਕਾਰ ਬਿਨਾਂ ਕਾਲੇ ਖੇਤੀ ਕਾਨੂੰਨ ਨੂੰ ਖਤਮ ਨਹੀਂ ਕਰਦੀ, ਉਹਨਾਂ ਚਿਰ ਉਹ ਸੰਘਰਸ਼ ਜਾਰੀ ਰੱਖਣਗੇ। ਗਰਮੇਲ ਸਿੰਘ ਜੀ, ਕਿਹੜੀ ਜਥੇਬੰਦੀ ਆ ਆਪਣੀ? ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜੀ। ਅੱਛਾ, ਇਹ ਤੁਹਾਡਾ ਆਪਣਾ ਪਿੰਡ ਨੂਰਪੁਰਾ ਰਿਲਾਇੰਸ ਪੰਪ ਤੇ ਧਰਨਾ ਲਾਇਆ, ਕਾਹਦੇ ਸੰਬੰਧ 'ਚ? ਇਹ ਜੀ ਜੋ ਕੇਂਦਰ ਸਰਕਾਰ ਨੇ ਆਰਡੀਨੈਂਸ ਪਾਸ ਕੀਤੇ ਨੇ, ਉਸ ਦੇ ਵਿਰੋਧ ਵਿੱਚ ਆ। ਕਿੰਨਾ ਦਿਨ ਹੋ ਗਿਆ ਆਪਣੇ ਧਰਨੇ ਨੂੰ? 6ਵਾਂ ਦਿਨ ਹੋ ਗਿਆ ਜੀ ਸਾਡੇ ਧਰਨੇ। ਇਹ 6 ਦਿਨ ਤੋਂ ਧਰਨਾ ਚੱਲਦਾ? ਹਾਂਜੀ। ਇਹ ਅਗਲਾ ਕੀ ਰੂਪ ਰੇਖਾ ਆਪਣਾ? ਅਗਲਾ ਜੀ ਇਹ ਸੂਬਾ ਕਮੇਟੀ ਦਾ ਹੁਕਮ ਆ, ਜੋ ਸੂਬਾ ਕਮੇਟੀ ਮੀਟਿੰਗ ਕਰਕੇ ਸਾਨੂੰ ਪ੍ਰੋਗਰਾਮ ਦੇਊਗੀ।
25 ਤਰੀਕ ਤੋਂ ਸ਼ੁਰੂ ਕੀਤਾ ਜਿਹੜਾ ਮੋਰਚਾ, ਜਿਹਨੂੰ ਇੱਕ ਵੱਡਾ ਬਹੁਤ ਵਧੀਆ ਸਮਰਥਨ ਜਿਹੜਾ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੇ ਦਿੱਤਾ, ਉਹਦੇ ਅਸੀਂ ਸਾਰਿਆਂ ਨੇ ਧੰਨਵਾਦ ਕੀਤਾ ਤੇ ਮੋਰਚੇ ਨੂੰ ਅੱਗੇ ਲਿਜਾਣ ਦੇ ਵਿੱਚ ਉਹ ਸਹਾਈ ਹੋਇਆ। ਅੱਜ ਥਾਂ ਥਾਂ ਦੇ ਰੇਲਾਂ ਦੇ ਟਰੈਕ, ਰਿਲਾਇੰਸ ਦੇ ਪੰਪ, ਵੱਡੇ ਵੱਡੇ ਮਾਲਜ, ਟੂਲ ਪਲਾਜ਼ੇ ਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਅਦਾਰੇ ਆ ਉਹ ਬੰਦ ਕੀਤੇ ਜਾ ਰਹੇ ਆ। ਭਾਜਪਾ ਆਗੂਆਂ ਦੇ ਘਰਾਂ ਦੇ ਘਿਰਾਓ ਕੀਤੇ ਜਾ ਰਹੇ ਆ ਤੇ ਇਹਨਾਂ ਨੂੰ ਘਰਾਂ ਦੇ ਅੰਦਰ ਬੰਦ ਕੀਤਾ ਜਾ ਰਿਹਾ। ਇਹਦਾ ਰਿਜ਼ਲਟ ਆ ਅੱਜ ਮੋਦੀ ਨੂੰ ਇਸ ਗੱਲ ਤੇ ਮੂੰਹ ਖੋਲ੍ਹਣਾ ਪਿਆ ਕਿ ਇਹਨਾਂ ਦਾ ਆਰਡੀਨੈਂਸ ਦਾ ਜਿਹੜਾ ਹੱਲ ਆ ਉਹ ਬੈਠ ਕੇ ਕੱਢਾਂਗੇ। ਸਮਾਜ ਵਿੱਚ ਇਨਸਾਨੀ ਰਿਸ਼ਤਿਆਂ ਵਿੱਚ ਨਿਗਾਰ ਸਾਫ਼ ਦੇਖਿਆ ਜਾ ਸਕਦਾ ਹੈ। ਲੁਧਿਆਣਾ ਦੇ ਵਿੱਚ ਇੱਕ ਬਜ਼ੁਰਗ ਮਾਤਾ ਨਾਲ ਉਸਦੇ ਆਪਣੇ ਹੀ ਬੇਟਾ ਅਤੇ ਬੇਟੀ ਵੱਲੋਂ ਉਸ ਨਾਲ ਮਤਰੇਆਂ ਵਾਲਾ ਸਲੂਕ ਕਰਨਾ ਇਸ ਦੀ ਇੱਕ ਮਿਸਾਲ ਹੈ। ਪੇਸ਼ ਹੈ ਇਸ ਪੂਰੇ ਮਾਮਲੇ ਤੇ ਸਾਡੀ ਖਾਸ ਰਿਪੋਰਟ। ਅਕਸਰ ਕਿਹਾ ਜਾਂਦਾ ਹੈ ਕਿ ਪੁੱਤ ਕੁਪੁੱਤ ਹੋ ਸਕਦੇ ਨੇ ਪਰ ਧੀਆਂ ਕਦੇ ਨਹੀਂ ਬਦਲਦੀਆਂ, ਪਰ ਕਹਾਵਤ ਅਜੋਕੇ ਜ਼ਮਾਨੇ ਵਿੱਚ ਬਦਲਦੀ ਨਜ਼ਰ ਆ ਰਹੀ ਹੈ। ਅੱਖਾਂ ਪੂੰਝਦੀ ਇਹ 80 ਸਾਲਾ ਮਾਂ ਚਾਹੇ ਬੋਲਣ ਤੋਂ ਅਸਮਰਥ ਹੈ, ਪਰ ਇਸ ਦੀਆਂ ਅੱਖਾਂ ਇਸ ਦਾ ਸਾਰਾ ਦੁੱਖ ਬਿਆਨ ਕਰਦੀਆਂ ਨੇ। ਵੀਲ ਚੇਅਰ ਤੇ ਬੈਠੀ ਇਸ ਬਜ਼ੁਰਗ ਔਰਤ ਦਾ ਨਾਮ ਉਰਮਿਲਾ ਦੇਵੀ ਹੈ, ਜਿਸ ਨੂੰ ਉਸਦੇ ਕਰੋੜਪਤੀ ਬੇਟੇ ਵੱਲੋਂ ਤਾਂ ਘਰੋਂ ਕੱਢਿਆ ਗਿਆ, ਪਰ ਬੇਟੀ ਨੇ ਵੀ ਬਜ਼ੁਰਗ ਮਾਂ ਤੋਂ ਮੂੰਹ ਮੋੜ ਲਿਆ। ਕੋਲ ਖੜੇ ਬਜ਼ੁਰਗ ਮਾਂ ਦੇ ਭਤੀਜੇ ਦਿਨੇਸ਼ ਗਰਗ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਉਨ੍ਹਾਂ ਦੇ ਭੂਆ ਦੇ ਬੇਟੇ ਨੇ ਉਸ ਦਾ ਖਰਚਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਅਤੇ ਮਾਤਾ ਨੂੰ ਬਿਮਾਰੀ ਦੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਛੱਡ ਕੇ ਚਲਾ ਗਿਆ। ਇੰਨਾ ਹੀ ਨਹੀਂ, ਬੇਟੇ ਤੋਂ ਬਾਅਦ ਮਾਂ ਨੂੰ ਦੇਖਭਾਲ ਦੇ ਲਈ ਬੇਟੀ ਕੋਲ ਵੀ ਛੱਡਿਆ ਗਿਆ ਤਾਂ ਬੇਟੀ ਨੇ ਵੀ ਬਜ਼ੁਰਗ ਮਾਂ ਨੂੰ ਮੰਦਿਰ ਦੇ ਬਾਹਰ ਠੋਕਰਾਂ ਖਾਣ ਦੇ ਲਈ ਛੱਡ ਦਿੱਤਾ। ਇਹ ਮੇਰੇ ਸਕੇ ਭੂਆ ਜੀ ਨੇ, ਇਹ ਲੋਕਡਾਊਨ ਦੇ ਨਵਾਂ ਜੋ ਚੱਲਿਆ ਸੀਗਾ, ਇਹਨਾਂ ਦੀ ਬੇਟੀ ਇਹਨਾਂ ਨੂੰ ਹੈਬੋਵਾਲ ਕਲਾਂ ਮੰਦਿਰ ਦੇ ਵਿੱਚ ਛੱਡ ਕੇ ਚਲੀ ਗਈ ਸੀਗੀ ਤੇ ਬੇਟਾ ਇਹਨਾਂ ਨੂੰ ਹਸਪੀਟਲ ਛੱਡ ਕੇ ਚਲਾ ਗਿਆ ਸੀ, ESI ਹਸਪੀਟਲ। ਤੇ ਸਰ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਮੰਦਿਰ ਦੇ ਵਿੱਚੋਂ, ਤੁਹਾਨੂੰ ਕਿੱਦਾਂ ਲੱਭੀ ਫਿਰੇ ਮਾਤਾ ਇਹ? ESI ਹਸਪੀਟਲ ਤੋਂ ਮੈਨੂੰ ਫੋਨ ਕੀਤਾ ਮੇਰੀ ਮਾਤਾ ਜੀ ਨੇ, ਭੂਆ ਜੀ ਨੇ, ਵੀ ਇੱਦਾਂ ਦਾ ਗਣੇਸ਼ ਮੇਰਾ ਬੇਟਾ ਮੈਨੂੰ ਹਸਪੀਟਲ ਛੱਡ ਕੇ ਚਲਾ ਗਿਆ ਤੇ ਉਹ ਮੇਰੀ ਦੇਖਭਾਲ ਨਹੀਂ ਕਰਦਾ, ਸੇਵਾ ਸੰਭਾਲ ਨਹੀਂ ਕਰਦਾ। ਉਹਨੇ ਨਿਸ਼ਾ ਨਾਲ ਮੇਰੀ ਬੇਟੀ ਨਾਲ ਭੇਜਤਾ ਸੀ ਤੇ ਬੇਟੀ ਅੱਗੇ ਕਹਿੰਦੀ ਹੈ ਵੀ ਮੈਂ ਤੇਰਾ ਦਵਾਈ ਦਾ ਖਰਚਾ ਨਹੀਂ ਚੱਕ ਸਕਦੀ, ਮੈਂ ਤੇਰੀ ਦੇਖਭਾਲ ਨਹੀਂ ਕਰ ਸਕਦੀ, ਇਸ ਕਰਕੇ ਉਹਨੂੰ ਹੈਬੋਵਾਲ ਮੰਦਿਰ ਛੱਡ ਗਈ। ਬਜ਼ੁਰਗ ਮਾਂ ਭਾਵੇਂ ਬੋਲ ਨਹੀਂ ਸਕਦੀ ਪਰ ਹਾਲੇ ਵੀ ਉਹ ਆਪਣੇ ਬੇਟੇ ਦੇ ਨਾਲ ਹੀ ਰਹਿਣਾ ਚਾਹੁੰਦੀ ਹੈ, ਪਰ ਬੇਬਸੀ ਦੇਖੋ ਕਿ ਉਸਦੀ ਕੋਈ ਵੀ ਔਲਾਦ ਉਸਨੂੰ ਆਪਣੇ ਨਾਲ ਰੱਖਣਾ ਨਹੀਂ ਚਾਹੁੰਦੀ। ਮੇਰਾ ਉਰਮਿਲਾ ਹੈ, ਉਰਮਿਲਾ ਹਾਂ। ਤੇ ਕਿੰਨੇ ਬੱਚੇ ਤੇਰੇ? ਦੋ। ਤੇ ਕਿੰਨਾ ਨੇ ਕੱਢਿਆ ਘਰੋਂ ਬਾਹਰ? ਮੁੰਡੇ ਨੇ। ਅੱਛਾ, ਘਰੋਂ ਬਾਹਰ ਕੱਢਤਾ। ਉਹਦੀ ਘਰ ਦੀ ਨੇ ਕੱਢਿਆ ਬਾਹਰ ਮੁੰਡੇ ਦੀ? ਨਹੀਂ ਰੱਖਦੇ। ਤੇ ਹੁਣ ਕੀ ਕਹਿਣਾ ਚਾਹੁੰਦੀ ਹੈ ਤੂੰ, ਕਿਹਦੇ ਕੋਲ ਰਹਿਣਾ ਚਾਹੁੰਦੀ ਹੈ? ਮੁੰਡੇ ਕੋਲ ਰਹਿਣਾ ਚਾਹੁੰਦੀ ਹੈ? ਤੇ ਮੁੰਡਾ ਉਧਰ ਬਜ਼ੁਰਗ ਮਾਂ ਦੇ ਭਤੀਜੇ ਦਾ ਕਹਿਣਾ ਹੈ ਕਿ ਉਸਨੇ ਆਪਣੀ ਬਜ਼ੁਰਗ ਭੂਆ ਨੂੰ ਆਪਣੇ ਕੋਲ ਰੱਖਿਆ ਹੈ, ਜਦਕਿ ਭੂਆ ਦਾ ਬੇਟਾ ਉਸ ਨੂੰ ਧਮਕਾ ਰਿਹਾ ਹੈ। ਦਿਨੇਸ਼ ਗਰਗ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਮਾਂ ਦੀ ਹਾਲਤ ਦੇਖ ਕੇ ਉਸ ਦੇ ਪੁੱਤਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਮਾਂ ਦਾ ਬਣਦਾ ਹੱਕ ਅਤੇ ਮਾਣ ਸਤਿਕਾਰ ਦਿਵਾਇਆ ਜਾਵੇ। ਮੈਂ ਚਾਹੁੰਦਾ ਵੀ ਇਹਦੇ ਬੱਚੇ ਨੂੰ ਆਪਣੇ ਕੋਲ ਰੱਖਣ, ਸਰਕਾਰ ਕੋਲੋਂ, ਪ੍ਰਸ਼ਾਸਨ ਕੋਲੋਂ ਮੈਂ ਇਹੀ ਮੰਗ ਕਰਦਾ ਵੀ ਉਹਦੇ ਬੱਚੇ ਨੂੰ ਬੁਲਾਇਆ ਜਾਵੇ। ਜੇ ਉਹ ਆਪਣੇ ਕੋਲ ਰੱਖਣਾ ਚਾਹੁੰਦੇ ਮੈਨੂੰ ਕੋਈ ਇਤਰਾਜ਼ ਨਹੀਂ, ਜੇ ਉਹ ਨਹੀਂ ਰੱਖਣਾ ਚਾਹੁੰਦੇ, ਜਿਹਦੀ ਸਰਕਾਰ ਜ਼ਿੰਮੇਵਾਰੀ ਲਊਗੀ ਉਹ ਮੈਂ ਪੂਰੀ ਕਰਨ ਨੂੰ ਤਿਆਰ ਹਾਂ ਜੀ। ਅਜਿਹੇ ਮਾਮਲੇ ਸਾਡੇ ਸਮਾਜ ਤੇ ਕਲੰਕ ਨੇ। ਜੋ ਮਾਂ-ਬਾਪ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਦੇ ਲਈ ਕਮਾਉਂਦੇ ਨੇ, ਆਖਿਰ ਉਮਰ ਦੇ ਵਿੱਚ ਉਹਨਾਂ ਦਾ ਅਜਿਹਾ ਤਿਰਸਕਾਰ ਬੇहद ਮੰਦਭਾਗਾ ਹੈ। ਲੁਧਿਆਣਾ ਤੋਂ ਤਰਸੇਮ ਭਰਦਵਾਜ ਨਾਲ ਪ੍ਰਕਾਸ਼ ਜੱਸਾ ਦੀ ਰਿਪੋਰਟ, ਫਾਸਟਵੇ ਨਿਊਜ਼। ਲੁਧਿਆਣਾ ਵਿੱਚ ਵੱਖ-ਵੱਖ ਮਜ਼ਦੂਰਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਕੇਂਦਰ ਦੇ ਕਾਨੂੰਨਾਂ ਖਿਲਾਫ ਰੋਸ ਮਾਰਚ ਕੱਢਿਆ ਗਿਆ, ਜਿਸ ਦੇ ਵਿੱਚ ਮਜ਼ਦੂਰਾਂ ਤੇ ਕਿਸਾਨਾਂ ਨੇ ਹਿੱਸਾ ਲਿਆ ਅਤੇ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਹੈ ਕਿ ਸਰਕਾਰ ਨੇ 29 ਕਿਸਮ ਦੇ ਕਾਨੂੰਨ ਖਤਮ ਕਰਕੇ ਖੇਤੀ ਦੇ 3 ਕਾਲੇ ਕਾਨੂੰਨ ਬਣਾ ਦਿੱਤੇ ਨੇ, ਜੋ ਕਿਸਾਨੀ ਦੇ ਨਾਲ-ਨਾਲ ਮਜ਼ਦੂਰਾਂ ਨੂੰ ਵੀ ਖਤਮ ਕਰ ਦੇਣਗੇ। ਅੱਜ ਦਾ ਜਿਹੜਾ ਸਾਡਾ ਇਹ ਇੱਥੇ ਰੈਲੀ ਸੀ, ਇਹ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਹੜੇ ਕਾਨੂੰਨ ਭਾਰਤ ਦੀ ਸਰਕਾਰ ਨੇ ਕਿਸਾਨ ਵਿਰੋਧੀ, ਅਸਲ 'ਚ ਕਿਸਾਨ ਵਿਰੋਧੀ ਨਹੀਂ, ਉਹ ਲੋਕ ਵਿਰੋਧੀ ਕਾਨੂੰਨ ਨੇ, ਉਹਨਾਂ ਦੇ ਖਿਲਾਫ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਕੀਤਾ। ਨਾਲ ਦੀ ਨਾਲ ਜਿਹੜੇ ਮਜ਼ਦੂਰਾਂ ਦੇ
29 ਕਾਨੂੰਨ ਖਤਮ ਕਰਕੇ ਉਹਨਾਂ ਦੀ ਜਗ੍ਹਾ ਤੇ 3 ਬਣਾਏ ਨੇ, ਉਹਨਾਂ ਦੇ ਖਿਲਾਫ ਵੀ ਸਾਡਾ ਅੱਜ ਦਾ ਇਹ ਜਿਹੜਾ ਸੀ ਰੈਲੀ ਸੀ ਤੇ ਪ੍ਰਸ਼ਾਸਨ ਸੀ। ਜੇ ਉਹ ਕਿਸਾਨ ਕਾਨੂੰਨ ਜਿਹੜੇ ਇਹਨਾਂ ਨੇ ਬਣਾਏ ਨੇ ਉਹ ਇਕੱਲੇ ਕਿਸਾਨਾਂ ਦੇ ਖਿਲਾਫ ਨਹੀਂ, ਆਮ ਲੋਕਾਂ ਦੇ ਖਿਲਾਫ ਨੇ। ਇਹ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਲੋਕ ਪੱਖੀ ਇਹਨਾਂ ਨੂੰ ਨਹੀਂ ਬਣਾਇਆ ਜਾਂਦਾ, ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੂ। ਰਾਏਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਦਲਿਤ ਸਮਾਜ ਦੇ ਵੱਲੋਂ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਅਤੇ ਦਲਿਤ ਆਗੂ ਅਜੇ ਗਿੱਲ ਦੀ ਅਗਵਾਈ ਹੇਠ ਯੂਪੀ ਵਿੱਚ ਵਾਪਰੇ ਭਿਆਨਕ ਦਲਿਤ ਲੜਕੀ ਨਾਲ ਜਬਰ ਜਨਾਹ ਅਤੇ ਕਤਲकांड ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਯੂਪੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਬਲਵਿੰਦਰ ਸਿੰਘ ਸੰਧੂ ਅਤੇ ਅਜੇ ਗਿੱਲ ਨੇ ਆਖਿਆ ਕਿ ਯੂਪੀ ਵਿੱਚ ਵਾਪਰੀ ਇਹ ਘਟਨਾ ਸਮੁੱਚੀ ਮਨੁੱਖਤਾ ਦੇ ਲਈ ਸ਼ਰਮਸਾਰ ਕਰਨ ਵਾਲੀ ਹੈ। ਯੂਪੀ ਦੀ ਭਾਜਪਾ ਸਰਕਾਰ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਬਚਾਉਣ ਦੇ ਵਿੱਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਇਸ ਘਟਨਾ ਦੇ ਲਈ ਜ਼ਿੰਮੇਦਾਰ ਦੋਸ਼ੀਆਂ ਨੂੰ ਜਿੰਨਾ ਚਿਰ ਸਖਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਉਹਨਾਂ ਚਿਰ ਸਮੁੱਚਾ ਦਲਿਤ ਸਮਾਜ ਅਤੇ ਇਨਸਾਫ ਪਸੰਦ ਲੋਕ ਚੈਨ ਦੇ ਨਾਲ ਨਹੀਂ ਬੈਠਣਗੇ। ਅੱਜ ਹਲਕਾ ਰਾਏਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਯੂਪੀ ਦੇ ਵਿੱਚ ਯੂਪੀ ਸਰਕਾਰ ਦੁਆਰਾ ਇੱਕ ਜਿਹੜੀ ਉੱਥੇ ਜਿਹੜੇ ਸੀਗੇ ਲੋਕਾਂ ਨੇ ਦਲਿਤ ਲੜਕੀ ਦੇ ਨਾਲ ਘਰੋਨੀ ਹਰਕਤ ਕੀਤੀ ਔਰ ਉਸ ਦਾ ਕਤਲ ਕੀਤਾ ਗਿਆ। ਔਰ ਬੜੀ ਦੁੱਖ ਦੀ ਗੱਲ ਹੈ ਕਿ ਐਡੀ ਵੱਡੀ ਵਾਰਦਾਤ ਹੋਣ ਤੇ ਵੀ ਉੱਥੋਂ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਔਰ ਉਹਦਾ ਸੰਸਕਾਰ ਵੀ ਜਿਹੜਾ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਚੋਰਾਂ ਵਾਂਗੂ ਕਰਕੇ ਉਹਦੇ ਮਾਂ-ਬਾਪ ਨੂੰ ਮਿਲਣ ਨੂੰ ਦਿੱਤਾ। ਤੁਸੀਂ ਸਾਰਿਆਂ ਨੇ ਟੀਵੀ ਉੱਤੇ ਵੀ ਦੇਖਿਆ, ਮੀਡੀਆ ਰਾਹੀਂ ਦੇਖਿਆ ਕਿ ਉੱਥੇ ਮੀਡੀਆ ਨੂੰ ਵੀ ਨਹੀਂ ਜਾਣ ਨਹੀਂ ਦਿੱਤਾ। ਅਗਰ ਅਸੀਂ ਚਾਹੁੰਦੇ ਹਾਂ ਕਿ ਆਪਣੀਆਂ ਬੱਚਿਆਂ ਦੀ ਸੁਰੱਖਿਆ ਕਰੀਏ ਤਾਂ ਸਾਨੂੰ ਇਸ ਤੇ ਉਲਟਾ ਜਿਹੜਾ ਸੰਘਰਸ਼ ਕਰਕੇ ਉਹ ਸਾਡੀ ਪਿਆਰੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਕਿ ਅੱਜ ਜਿਹੜਾ ਅਸੀਂ ਰਾਏਕੋਟ ਦੇ ਵਿੱਚ ਸਾਡੇ ਨੌਜਵਾਨ ਵੀਰਾਂ ਨੇ ਪੁਤਲਾ ਵੀ ਫੂਕਿਆ। ਇਹ ਸਰਕਾਰ ਦੇ ਉਲਟ ਜਿਹੜੀ ਹੈਗੀ ਆ ਮੋਦੀ ਸਰਕਾਰ ਤੇ ਬੀਜੇਪੀ ਦੀ ਸਰਕਾਰ ਯੂਪੀ ਦੇ ਵਿੱਚ ਉਹਨਾਂ ਦਾ ਪੁਤਲਾ ਫੂਕ ਕੇ ਅਸੀਂ ਇਸ ਗੱਲ ਦਾ ਪ੍ਰੋਟੈਸਟ ਕੀਤਾ ਔਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਇਹੋ ਜਿਹੀ ਕਾਨੂੰਨੀਆਂ ਹਰਕਤਾਂ ਹੋਰ ਨਾ ਹੋਣ। ਯੂਪੀ ਵਿੱਚ ਵਾਪਰੇ ਦਰਦਨਾਕ ਹਾਦਸੇ ਦੇ ਖਿਲਾਫ ਹਰ ਕੋਈ ਆਵਾਜ਼ ਉਠਾ ਰਿਹਾ ਹੈ। ਉੱਥੇ ਹੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਵਕੀਲ ਭਾਈਚਾਰੇ ਵੱਲੋਂ ਮ੍ਰਿਤਕ ਲੜਕੀ ਨੂੰ ਇਨਸਾਫ ਦੇਣ ਦੀ ਗੁਹਾਰ ਲਗਾਉਂਦੇ ਹੋਏ ਇੱਕ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਵਿੱਚ ਸਮਾਜ ਦੇ ਵੱਖ-ਵੱਖ ਵਰਗ ਦੇ ਲੋਕਾਂ ਦੇ ਵੱਲੋਂ ਪਹੁੰਚ ਕੇ ਹਸਤਾਖਰ ਕੀਤੇ ਗਏ ਅਤੇ ਸਰਕਾਰ ਨੂੰ ਆਪਣਾ ਰੋਸ ਜਤਾਇਆ ਗਿਆ। ਵਕੀਲ ਭਾਈਚਾਰੇ ਦਾ ਕਹਿਣਾ ਹੈ ਕਿ ਅਦਾਲਤ ਇਸ ਮਾਮਲੇ ਵਿੱਚ ਖਾਸ ਧਿਆਨ ਦੇ ਕੇ ਫਾਸਟ ਟਰੈਕ ਕੋਰਟ ਬਣਾਵੇ ਅਤੇ ਮਾਮਲੇ ਦਾ ਜਲਦ ਨਿਪਟਾਰਾ ਕਰਕੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਵੇ। ਅਸੀਂ ਅੱਜ ਭੈਣ ਮਨੀਸ਼ਾ ਜਸਟਿਸ ਫॉर ਮਨੀਸ਼ਾ ਵਾਸਤੇ ਐਡਵੋਕੇਟ ਵੱਲੋਂ ਜਿਹੜਾ ਸਿਗਨੇਚਰ ਅਭਿਆਨ ਚਲਾ ਰਹੇ ਹਾਂ ਭਾਰਤ ਨਗਰ ਚੌਂਕ ਵਿਖੇ ਤਾਂ ਜੋ ਸਾਡੀ ਭੈਣ ਨੂੰ ਮਨੀਸ਼ਾ ਨੂੰ ਜਿਹੜਾ ਹਾਥਰਸ ਦੇ ਵਿੱਚ ਜਿਹੜਾ ਹੋਇਆ ਮੰਦਭਾਗਾ ਜਿਹੜਾ ਕਾਰਜ ਹੋਇਆ ਉੱਥੇ ਦੀਆਂ ਸਰਕਾਰਾਂ, ਉੱਥੇ ਦੇ ਪ੍ਰਸ਼ਾਸਨ, ਜੋਗੀ ਸਰਕਾਰ ਅਤੇ ਸੈਂਟਰ ਸਰਕਾਰ ਜਿਹੜੀ ਕਿ ਇੰਨਾ ਗਲਤ ਕਰ ਰਹੀ ਹੈ ਉੱਥੇ ਦੇ ਸਮਾਜ ਦੇ ਨਾਲ, ਸਮਾਜ ਦੀਆਂ ਬੇਟੀਆਂ ਦੇ ਨਾਲ ਜੋ ਗਲਤ ਹੋ ਰਿਹਾ, ਨਾ ਤਾਂ ਉੱਥੇ ਪ੍ਰਸ਼ਾਸਨ ਧਿਆਨ ਦੇ ਰਿਹਾ, ਨਾ ਸਾਡੀ ਸੁਪਰੀਮ ਕੋਰਟ ਧਿਆਨ ਦੇ ਰਹੀ ਹੈ। ਬਾਕੀ ਕੇਸਾਂ ਦੇ ਵਿੱਚ ਅਸੀਂ ਦੇਖਣ ਨੂੰ ਮਿਲਦਾ ਹੈ ਕਿ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਉਹ ਸੂ ਮੋਟੋ ਲੈਂਦੀ ਹੈ, ਪਰ ਜਿਹੜੇ ਇਹ ਕੇਸ ਹੋ ਰਿਹਾ ਬੇਟੀਆਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ, ਨਿਆਂ ਹੋ ਰਿਹਾ, ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ, ਅਸੀਂ ਦੇਖਦੇ ਹਾਂ ਵੀ ਕੋਈ ਪ੍ਰਸ਼ਾਸਨ ਵੱਲੋਂ ਨਾ ਕਿਸੇ ਸਰਕਾਰਾਂ ਵੱਲੋਂ ਨਿਆਂ ਹੋ ਰਿਹਾ। ਤੇ ਅੱਜ ਅਸੀਂ ਆਪਣੀ ਆਵਾਜ਼ ਚੀਫ ਜਸਟਿਸ ਆਫ ਇੰਡੀਆ ਤੱਕ ਪਹੁੰਚਾ ਰਹੇ ਹਾਂ। ਸਾਰਾ ਹਸਤਾਖਰ ਅਭਿਆਨ ਸਾਡੇ ਵਕੀਲ, ਸੀਨੀਅਰ ਵਕੀਲ ਸਾਹਿਬ, ਸਾਡੇ ਜਿੰਨੇ ਵੀ ਵਕੀਲ ਨੇ ਉਹਨਾਂ ਵੱਲੋਂ ਅੱਜ ਸਿਗਨੇਚਰ ਕਰਕੇ ਚੀਫ ਜਸਟਿਸ ਨੂੰ ਭੇਜਿਆ ਜਾ ਰਿਹਾ ਹੈ। ਜੈ ਹਿੰਦ, ਜੈ ਭਾਰਤ। ਤੇ ਅੱਜ ਮੈਂ ਸਾਰੇ ਆਪਣੇ ਵਕੀਲ ਭਰਾਵਾਂ ਵੱਲੋਂ ਤੇ ਲੁਧਿਆਣਾ ਸ਼ਹਿਰ ਵੱਲੋਂ ਇੱਕ ਮੁਹਿੰਮ ਜਿਹੜੀ ਹੈ ਵਾਰ ਆਫ ਜਸਟਿਸ ਫॉर ਮਨੀਸ਼ਾ ਦੇ ਸੰਬੰਧ ਦੇ ਵਿੱਚ ਜਿਹੜੀ ਇਹ ਆਰਗੇਨਾਈਜ਼ ਕੀਤੀ ਗਈ ਹੈ, ਜਿਹਦੇ ਵਿੱਚ ਅਸੀਂ ਇਸ ਜਿਹੜੀ ਕੰਪੇਨ ਦੇ ਰਾਹੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿੱਦਾਂ ਮਨੀਸ਼ਾ ਨਾਲ ਜਿਹੜੀ ਦਰਿੰਦਗੀ ਜਾਂ ਹੋਰ ਵੀ ਉਸ ਤੋਂ ਪਹਿਲਾਂ ਜਿਹੜੀਆਂ ਦਰਿੰਦਗੀਆਂ ਜਿਹੜੀਆਂ ਸਾਡੀਆਂ ਭੈਣਾਵਾਂ ਨਾਲ ਮਾਤਾਵਾਂ ਨਾਲ ਹੋਈਆਂ ਵਾ ਉਹਨਾਂ ਤੇ ਠੱਲ ਪਾਈ ਜਾਵੇ। ਲੁਧਿਆਣਾ ਦੀ ਕੁਮਾਰ ਮੰਡੀ ਦੇ ਦੁਕਾਨਦਾਰ ਲੁਧਿਆਣਾ ਨਗਰ ਨਿਗਮ ਦੇ ਖਿਲਾਫ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕਰ ਰਹੇ ਨੇ, ਜਿਸ ਦਾ ਕਾਰਨ ਹੈ ਦੁਕਾਨਾਂ ਤੇ ਲੱਗਿਆ ਚੇਂਜ ਆਫ ਲੈਂਡ ਯੂਜ਼ ਟੈਕਸ, ਜਿਸ ਦੇ ਭੁਗਤਾਨ ਨਾ ਕਰਨ ਤੇ ਨਗਰ ਨਿਗਮ ਨੇ ਕਈ ਦੁਕਾਨਾਂ ਸਵੇਰ ਦੇ ਸਮੇਂ ਸੀਲ ਕਰ ਦਿੱਤੀਆਂ। ਨਗਰ ਨਿਗਮ ਦੀ ਇਸ ਕਾਰਵਾਈ ਦੇ ਖਿਲਾਫ ਕੁਮਾਰ ਮੰਡੀ ਸ਼ਾਪਕੀਪਰ ਐਸੋਸੀਏਸ਼ਨ ਦੇ ਵੱਲੋਂ ਜੰਮ ਕੇ ਵਿਰੋਧ ਕੀਤਾ ਗਿਆ ਅਤੇ ਨਗਰ ਨਿਗਮ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੁਕਾਨਾਂ ਦੀ ਰਜਿਸਟਰੀ ਕਮਰਸ਼ੀਅਲ ਹੈ ਅਤੇ ਉਹ ਪ੍ਰਾਪਰਟੀ ਟੈਕਸ ਵੀ ਅਦਾ ਕਰਦੇ ਨੇ, ਪਰ ਹੁਣ ਨਗਰ ਨਿਗਮ SCLU ਟੈਕਸ ਲਗਾ ਰਿਹਾ ਹੈ ਜੋ ਅਜਿਹੇ ਸਮੇਂ ਵਿੱਚ ਉਹਨਾਂ ਲਈ ਭਰਨਾ ਔਖਾ ਹੈ। ਉਹਨਾਂ ਸਰਕਾਰ ਤੋਂ ਟੈਕਸ ਦਾ ਨੋਟੀਫਿਕੇਸ਼ਨ ਰੱਦ ਕਰਨ ਅਤੇ ਸੀਲ ਕੀਤੀਆਂ ਦੁਕਾਨਾਂ ਮੁੜ ਖੋਲ੍ਹਣ ਦੀ ਮੰਗ ਕੀਤੀ ਹੈ। ਇਹ ਚੇਂਜ ਆਫ ਲੈਂਡ ਯੂਜ਼ ਦੇ ਉੱਪਰ ਕੀਤਾ ਜਾ ਰਿਹਾ ਹੈ। ਚੇਂਜ ਆਫ ਲੈਂਡ ਯੂਜ਼ ਦੇਣ ਨੂੰ ਅਸੀਂ ਮਨਾ ਨਹੀਂ ਕਰਦੇ, ਮਗਰ ਇਹਦਾ ਕੋਈ ਸਿਸਟਮ ਹੋਣਾ ਚਾਹੀਦਾ ਹੈ। ਬਿਲਡਿੰਗ ਬਣਨ ਤੋਂ ਪਹਿਲੇ
CLU ਬਣਦਾ ਜਾਂਦਾ ਹੈ, ਉਸ ਤੋਂ ਬਾਅਦ ਬਿਲਡਿੰਗ ਬਣਦੀ ਹੈ। ਇਹ ਨਹੀਂ ਵੀ 50 ਸਾਲ ਬਾਅਦ ਕਹੋ ਲਓ ਜੀ ਹੁਣ ਇਹਦਾ CLU ਚੇਂਜ ਆਫ ਲੈਂਡ ਯੂਜ਼ ਦੇ ਦਿਓ, ਇਹ ਗਲਤ ਤਰੀਕਾ ਹੈ। ਅਸੀਂ ਇਸ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਉੱਚ ਅਧਿਕਾਰੀਆਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਹੈ ਕਿ ਅਸੀਂ ਇਸ ਨੂੰ ਨਹੀਂ ਲਾਵਾਂਗੇ, ਇਸ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਹੈ, ਲੇਕਿਨ ਉਸ ਤੋਂ ਬਾਵਜੂਦ ਵੀ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਉਹਨਾਂ ਦੀ ਗੱਲ ਦਾ ਕੋਈ ਅਸਰ ਨਹੀਂ ਹੋਇਆ ਅਤੇ ਅਫਸਰਸ਼ਾਹੀ ਨੇ ਉਹਨਾਂ ਨੂੰ ਬਾਈਪਾਸ ਕਰਦੇ ਹੋਏ ਸਾਡੀ ਦੁਕਾਨਾਂ ਆ ਕੇ ਕੁਮਾਰ ਮੰਡੀ ਦੇ ਵਿੱਚ ਸੀਲ ਕਰ ਦਿੱਤੀਆਂ ਤੇ ਨੋਟਿਸ ਐਜ਼ ਇਟ ਇਜ਼ ਜਾਰੀ ਰੱਖੇ, ਜਦਕਿ ਇਹਨਾਂ ਦੇ ਮੇਅਰ ਸਾਹਿਬ ਦੀ ਗੱਲ ਦੇ ਇੱਕ 0% ਰਿਜ਼ਲਟ ਆਇਆ। ਲੁਧਿਆਣਾ ਪਹੁੰਚੇ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਕੁਮਾਰ ਸੂਰੀ ਅਤੇ ਜੈ ਪ੍ਰਕਾਸ਼ ਲਾਲੀ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਪਾਰਟੀ ਵਿੱਚ ਕਈ ਨਵੇਂ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ। ਇਸ ਮੌਕੇ ਉਹਨਾਂ ਨਵੇਂ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਨਵੇਂ ਮੈਂਬਰ ਪਾਰਟੀ ਦੀ ਭਲਾਈ ਦੇ ਲਈ ਕੰਮ ਕਰਨਗੇ ਅਤੇ ਪਾਰਟੀ ਦਾ ਨਾਮ ਰੌਸ਼ਨ ਕਰਨਗੇ। ਉੱਥੇ ਹੀ ਸੌਰਭ ਅਰੋੜਾ ਦੇ ਵੱਲੋਂ ਸੁਧੀਰ ਕੁਮਾਰ ਸੂਰੀ ਦਾ ਲੁਧਿਆਣਾ ਆਉਣ ਤੇ ਸਵਾਗਤ ਕੀਤਾ ਗਿਆ। ਉੱਥੇ ਹੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਰੰਜਨ ਰਾਣਾ ਨੇ ਕਿਹਾ ਹੈ ਕਿ ਪਾਰਟੀ ਵੱਲੋਂ ਜੋ ਵੀ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਪੂਰੀ ਤਨਦੇਹੀ ਦੇ ਨਾਲ ਨਿਭਾਈ ਜਾਵੇਗੀ। ਅੱਜ ਪਹਿਲਾਂ ਤਾਂ ਅਸੀਂ ਸੂਰੀ ਸਾਹਿਬ ਦਾ ਬਹੁਤ ਨਿੱਘਾ ਸਵਾਗਤ ਕਰਦੇ ਹਾਂ। ਜਿਹੜੇ ਸੂਰੀ ਸਾਹਿਬ ਸ਼ੇਰੇ ਪੰਜਾਬ ਦਾ ਇਹਨਾਂ ਨੂੰ ਨਾਰਾ ਮਿਲਿਆ ਹੋਇਆ, ਐਵੇਂ ਨਹੀਂ ਮਿਲਿਆ, ਕਿਉਂਕਿ ਇਹ ਜਿਹੜੇ ਕੰਮ ਵੀ ਇਹਨਾਂ ਨੇ ਬਹੁਤ ਵਧੀਆ ਕੀਤੇ ਨੇ, ਸਮਾਜ ਦੇ ਲਈ ਬਹੁਤ ਵਧੀਆ ਕੰਮ ਕੀਤੇ ਨੇ ਇਹਨਾਂ ਨੇ। ਇਸ ਕਰਕੇ ਅਸੀਂ ਇਹਨਾਂ ਦੀ ਨੀਤੀਆਂ ਨੂੰ ਦੇਖਦੇ ਹੋਏ ਅੱਜ ਇਹਨਾਂ ਨਾਲ ਜੁੜਨ ਦਾ ਫੈਸਲਾ ਕੀਤਾ ਹੈ ਤੇ ਅਸੀਂ ਇਹ ਸੋਚ ਕਰਦੇ ਹਾਂ ਸੂਰੀ ਸਾਹਿਬ ਤੋਂ ਤੇ ਉਮੀਦ ਕਰਦੇ ਹਾਂ ਕਿ ਸੂਰੀ ਸਾਹਿਬ ਜਿੱਦਾਂ ਤੁਸੀਂ ਲੋਹੇ ਦੀ ਬਾਹ ਬਣ ਕੇ ਪੰਜਾਬ ਲਈ ਕੰਮ ਕਰ ਰਹੇ ਹੋ, ਇਸੇ ਕਰਕੇ ਅਸੀਂ ਵੀ ਤੁਹਾਡੇ ਨਾਲ ਜੁੜ ਰਹੇ ਹਾਂ ਤੇ ਸਾਨੂੰ ਵੀ ਆਪਣਾ ਸਹਿਯੋਗ ਚਾਹੀਦਾ, ਤੁਹਾਡਾ ਸਹਿਯੋਗ। ਜਿਹੜਾ ਵੀ ਕਿਤੇ ਕੋਈ ਭ੍ਰਿਸ਼ਟਾਚਾਰ ਦਾ ਕੰਮ ਹੋ ਰਿਹਾ ਜਾਂ ਜਿੱਥੇ ਵੀ ਕੋਈ ਕਿਸੇ ਨਾਲ ਨਿਆਂ ਹੋ ਰਿਹਾ, ਅਸੀਂ ਚਾਹੁੰਦੇ ਹਾਂ ਵੀ ਸੂਰੀ ਸਾਹਿਬ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋ ਤੇ ਅਸੀਂ ਤੁਹਾਡੇ ਸਹਿਯੋਗ ਨਾਲ ਟਕਸਾਲੀ ਸ਼ਿਵ ਸੈਨਾ ਨੂੰ ਹੋਰ ਅੱਗੇ ਪਹੁੰਚਾਈਏ। ਅੱਜ ਅਸੀਂ ਜੀ ਬੜੀਆਂ ਮਹਾਨ ਹਸਤੀਆਂ ਲੁਧਿਆਣੇ ਸ਼ਹਿਰ ਦੀਆਂ ਕਨੌਜੀਆ ਜੀ ਤੇ ਰਾਣਾ ਜੀ ਨੂੰ ਸ਼ਿਵ ਸੈਨਾ ਟਕਸਾਲੀ ਦੇ ਵਿੱਚ ਲੈ ਕੇ ਆਏ ਹਾਂ। ਇਹੋ ਜਿਹੇ ਹੀਰੇ ਟਕਸਾਲੀ ਨੂੰ ਚਾਹੀਦੇ ਨੇ, ਉਹ ਹੀਰੇ ਅੱਜ ਅਸੀਂ 2 ਮੋਤੀ ਹੋਰ ਪਰੋਤੇ ਨੇ ਔਰ ਅਸੀਂ ਪੂਰੀ ਉਮੀਦ ਰੱਖਦੇ ਹਾਂ ਇਹਨਾਂ ਕੋਲੋਂ ਕਿ ਜਿਹੋ ਜਿਹੇ ਕੰਮ ਟਕਸਾਲੀ ਕਰਦੀ ਆਈ ਏ ਔਰ ਕਰਨਾ ਚਾਹ ਰਹੀ ਏ, ਇਹ ਉਹਨਾਂ ਦੇ ਖਰੇ ਉਤਰਨਗੇ। ਰਾਏਕੋਟ ਦੇ ਪਿੰਡ ਤੁੰਗਾਹੇੜੀ ਵਿਖੇ ਗੁਰਦੁਆਰਾ ਕਲਗੀਧਰ ਸਾਹਿਬ ਅਤੇ ਕਲਗੀਧਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਹੈੱਡ ਗ੍ਰੰਥੀ ਬਾਬਾ ਰਗਵੀਰ ਸਿੰਘ ਰਾਏਕੋਟ ਵਾਲਿਆਂ ਦੀ ਦੇਖ-ਰੇਖ ਹੇਠ 11 ਅਕਤੂਬਰ ਨੂੰ ਕਰਵਾਏ ਜਾ ਰਹੇ ਨੇ। ਇਹਨਾਂ ਸਮਾਗਮਾਂ ਦੀ ਤਿਆਰੀ ਸੰਬੰਧੀ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਸਮਾਗਮ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਤ ਮਹਾਪੁਰਸ਼ ਹਾਜ਼ਰੀ ਭਰਨਗੇ ਅਤੇ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣਗੇ। ਸੰਗਤਾਂ ਨੂੰ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰ ਕੇ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਦੀ ਅਪੀਲ ਕੀਤੀ ਗਈ ਹੈ। ਸਾਡੇ ਨਗਰ ਦੇ ਵਿੱਚ ਜੀ ਪਿੰਡ ਤੁੰਗਾਹੇੜੀ ਜੋ ਰਾਏਕੋਟ ਤਹਿਸੀਲ ਦੇ ਵਿੱਚ ਪੈਂਦਾ, ਉਸ ਨਗਰ ਦੇ ਵਿੱਚ ਲੋੜਵੰਦ ਬੱਚੀਆਂ, ਗਰੀਬ ਬੱਚੀਆਂ ਦੀ ਆਪਾਂ ਨਗਰ ਨਿਵਾਸੀ ਸੰਗਤਾਂ ਦੇ ਨਾਲ ਔਰ ਨਗਰ ਪੰਚਾਇਤ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਇਲਾਕੇ ਦੀਆਂ ਸੰਗਤਾਂ ਦੇ ਨਾਲ ਇੱਕ ਸਾਡੇ ਨੌਜਵਾਨ ਬੱਚਿਆਂ ਜੋ ਨਵੇਂ ਉੱਠ ਰਹੇ ਨੇ ਉਹਨਾਂ ਦਾ ਜੋ ਕਲੱਬ ਬਣਾਇਆ ਸ਼੍ਰੋਮਣੀ ਭਗਤ ਧੰਨਾ ਜੀ ਕਲੱਬ, ਉਹਨਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਉਹ ਲੋੜਵੰਦ ਬੱਚਿਆਂ ਦੇ ਅਸੀਂ ਵਿਆਹ ਕਰ ਰਹੇ ਹਾਂ ਜੀ ਆਪਣੇ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ। ਸਗਾਮ ਜੀ ਸਾਡੇ ਗੁਰਦੁਆਰਾ ਕਲਗੀਧਰ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਰਘਵੀਰ ਸਿੰਘ ਜੀ ਰਾਏਕੋਟ ਵਾਲਿਆਂ ਦੇ ਯਤਨ ਸਦਕਾ ਸਾਡੇ ਪਿੰਡ ਨਗਰ ਤੁੰਗਾਹੜੀ ਵਿਖੇ 11 ਅਕਤੂਬਰ ਨੂੰ ਲੋੜਵੰਦ ਬੱਚੀਆਂ ਦੇ ਵਿਆਹ ਕਰਵਾ ਰਹੇ ਹਾਂ, ਜਿਨ੍ਹਾਂ ਦਾ ਨਗਰ ਨਿਵਾਸੀ ਨੌਜਵਾਨਾਂ ਦਾ ਬਹੁਤ ਹੀ ਉਪਰਾਲਾ ਹੈ। ਜੋ ਸਾਡਾ ਧੰਨਾ ਕਲੱਬ ਬਣਾਇਆ ਗਿਆ, ਇਹਨਾਂ ਦੇ ਸਹਿਯੋਗ ਨਾਲ, ਨਗਰ ਨਿਵਾਸੀ ਦੇ ਸਹਿਯੋਗ ਨਾਲ, ਪੰਚਾਇਤ ਦੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਸੀਂ ਇਹ ਉਪਰਾਲਾ ਲੋੜਵੰਦ ਬੱਚੀਆਂ ਦੇ ਵਿਆਹ ਕਰਵਾ ਰਹੇ ਹਾਂ ਜੀ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। ਖੇਤੀ ਕਾਨੂੰਨਾਂ ਖਿਲਾਫ ਜਥੇਬੰਦੀਆਂ ਦਾ ਨਹੀਂ ਘਟ ਰਿਹਾ ਰੋਸ। ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਨੇ ਕੀਤਾ ਕਬਜ਼ਾ, ਟੋਲ ਕਲੈਕਸ਼ਨ ਦੀ ਕੀਤੀ ਬੰਦ। ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਟੋਲ ਪਲਾਜ਼ਾ ਤੇ ਲਗਾਇਆ ਧਰਨਾ, ਆਵਾਜਾਈ ਰੱਖੀ ਚਾਲੂ। ਰਾਏਕੋਟ ਦੇ ਕਿਸਾਨ ਜਥੇਬੰਦੀਆਂ ਦਾ ਧਰਨਾ 6ਵੇਂ ਦਿਨ ਵੀ ਜਾਰੀ। ਰਿਲਾਇੰਸ ਪੈਟਰੋਲ ਪੰਪ ਅੱਗੇ ਲਗਾਇਆ ਧਰਨਾ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕਰ ਰਹੇ ਨੇ ਮੰਗ। ਹਾਥਰਸ ਘਟਨਾ ਖਿਲਾਫ ਅਕਾਲੀ ਦਲ ਨੇ ਕੀਤਾ ਰੋਸ ਪ੍ਰਦਰਸ਼ਨ, ਦਲਿਤ ਭਾਈਚਾਰਾ ਵੀ ਹੋਇਆ ਸ਼ਾਮਿਲ। ਪੀੜਿਤ ਪਰਿਵਾਰ ਲਈ ਮੰਗਿਆ ਗਿਆ ਇਨਸਾਫ।
ਫਿਰ ਸਾਹਮਣੇ ਆਈ ਇਨਸਾਨੀ ਰਿਸ਼ਤਿਆਂ ਦੇ ਵਿੱਚ ਘਾਣ ਦੀ ਤਸਵੀਰ। ਬੇਟੇ ਨੇ 80 ਸਾਲਾ ਬਜ਼ੁਰਗ ਮਾਂ ਨੂੰ ਕੱਢਿਆ ਘਰੋਂ, ਬੇਟੀ ਨੇ ਵੀ ਨਹੀਂ ਦਿੱਤਾ ਸਾਥ। ਪ੍ਰਸ਼ਾਸਨ ਤੋਂ ਕਾਰਵਾਈ ਦੀ ਕੀਤੀ ਮੰਗ। ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।